ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਤਣਾਅ ਤਲਖੀ ਦੇ ਵਿਚਕਾਰ ਅਮਰੀਕਾ ਦੀ ਸਿੱਧੀ ਐਂਟਰੀ ਹੋ ਗਈ ਹੈ। ਅਮਰੀਕਾ ਦੇ ਵੱਲੋਂ ਹੁਣ ਦੋ ਟੁਕ ਦੇ ਵਿੱਚ ਇੰਡੀਆ ਨੂੰ ਸਿੱਧੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ। ਕੀ ਕਿਹਾ ਗਿਆ, ਗੱਲਬਾਤ ਉਸ ਦੇ ਉੱਪਰ ਕਰਾਂਗੇ। ਤੇ ਉਧਰ ਜਸਟਿਨ ਟਰੂਡੋ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਭਾਰਤ ਨੂੰ ਲੈ ਕੇ ਫਿਰ ਤੋਂ ਆਇਆ ਹੈ। ਉਹਨਾਂ ਦੇ ਵੱਲੋਂ ਇੱਕ ਵੱਡੀ ਮੰਗ ਭਾਰਤ ਦੇ ਅੱਗੇ ਰੱਖ ਦਿੱਤੀ ਗਈ ਹੈ। ਮੰਗ ਕੀ ਹੈ, ਗੱਲਬਾਤ ਉਹਦੇ ਉੱਪਰ ਕਰਾਂਗੇ। ਕਿ ਇਸ ਮੰਗ ਦੇ ਉੱਪਰ ਭਾਰਤ ਹੁਣ ਗੌਰ ਕਰੇਗਾ ਕਿ ਭਾਰਤ ਉਹਨਾਂ ਦੀ ਮੰਗ ਜਾਇਜ਼ ਆ ਜਾਂ ਨਜਾਇਜ਼, ਇਸ ਉੱਪਰ ਗੱਲ ਕਿ ਮੰਗ ਨੂੰ ਭਾਰਤ ਮੰਨੇਗਾ ਜਾਂ ਫਿਰ ਨਹੀਂ। ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਇਹਨਾਂ ਖਬਰਾਂ ਦੇ ਉੱਪਰ, ਇਹਨਾਂ ਅਹਿਮ ਖਬਰਾਂ ਦੇ ਉੱਪਰ ਮੇਰੇ ਨਾਲ ਚਰਚਾ ਕਰਨ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਰ। ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ ਸਰ। ਅਹਿਮ ਮਸਲਾ ਭਾਰਤ ਅਤੇ ਕੈਨੇਡਾ ਵਿਚਕਾਰ, ਜਿੱਥੇ ਗੰਭੀਰ ਇਲਜ਼ਾਮ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਵੱਲੋਂ ਇੰਡੀਆ ਦੇ ਉੱਪਰ ਲਗਾਏ ਗਏ ਨੇ, ਪਲਟਵਾਰ ਇੰਡੀਆ ਵੱਲੋਂ ਵੀ ਕੀਤਾ ਗਿਆ। ਲੇਕਿਨ ਹੁਣ ਇਸ ਵਿਵਾਦ ਦੇ ਵਿੱਚ ਜੋ ਅਹਿਮ ਖਬਰ ਹੈ, ਐਂਟਰੀ ਅਮਰੀਕਾ ਦੀ ਹੋ ਚੁੱਕੀ ਹੈ। ਅਮਰੀਕਾ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਦੋ ਟੁਕ ਇੰਡੀਆ ਨੂੰ ਕਹਿ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਕੋਈ ਵਿਸ਼ੇਸ਼ ਰਿਆਇਤ ਇੰਡੀਆ ਨੂੰ ਨਹੀਂ ਦਿੱਤੀ ਜਾਏਗੀ। ਕਿਵੇਂ ਦੇਖ ਰਹੇ ਹੋ ਅਮਰੀਕਾ ਦੀ ਇਸ ਐਂਟਰੀ ਨੂੰ? ਕਿ ਇਹ ਸਮਝਿਆ ਜਾਵੇ ਕਿ ਅਮਰੀਕਾ ਹੁਣ ਕੈਨੇਡਾ ਦੇ ਪੱਖ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਇਸ ਪੂਰੇ ਵਿਵਾਦ ਦੇ ਵਿੱਚ? ਤੁਸੀਂ ਰਵਨੀਤ ਬਿੱਟੂ ਦਾ ਕੱਲ ਜਿਹੜੇ ਪਾਰਲੀਮੈਂਟ 'ਚ ਬੋਲੇ ਆ, ਉਹਨਾਂ ਨੇ ਦੋ ਗੱਲਾਂ ਕਹੀਆਂ। ਇੱਕ ਗੱਲ ਇਹ ਕਹੀ ਕਿ ਜਿਹੜੇ ਉੱਥੇ ਖਾਲਿਸਤਾਨੀ ਐਲੀਮੈਂਟ ਹੈਗੇ ਆ, ਉਹ ਗੁਰਦੁਆਰਿਆਂ 'ਚ ਪੈਸਾ ਇਕੱਠਾ ਕਰਦੇ ਆ ਔਰ ਉਹ ਪੈਸਾ ਇਕੱਠਾ ਕਰਕੇ ਕਈ ਹਜ਼ਾਰਾਂ ਡਾਲਰ ਟਰੂਡੋ ਨੂੰ ਫਾਈਨੈਂਸ਼ੀਅਲ ਮਦਦ ਕਰਦੇ ਆ। ਇਸ ਕਰਕੇ ਉਹਨਾਂ ਨੂੰ ਸੈਂਚੁਰੀ ਬਣਾਤੀ ਆ ਉੱਥੇ, ਤੇ ਉਹਨਾਂ ਦੀ ਤੇ ਉੱਥੇ ਜਿੰਨੇ ਵੀ ਕ੍ਰਿਮੀਨਲ ਆ ਜਾਂ ਕੋਈ ਖਾਲਿਸਤਾਨੀ ਆ ਜਾਂ ਜੋ ਦੇਸ਼ ਵਿਰੋਧੀ ਤਾਕਤਾਂ, ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਉੱਥੇ ਸ਼ੈਲਟਰ ਦਿੱਤੀ ਜਾਂਦੀ ਆ, ਪਨਾਹ ਦਿੱਤੀ ਜਾਂਦੀ। ਦੂਜਾ, ਉਹਨਾਂ ਨੇ ਵੱਡਾ ਬਿਆਨ ਇਹ ਦਿੱਤਾ ਜਿਹਦੇ 'ਚ ਚੇਅਰ ਨੇ ਗੁੱਸਾ ਕਰਕੇ ਕਿਹਾ ਕਿ ਇੰਜ ਨਹੀਂ ਕਹਿਣਾ ਚਾਹੀਦਾ। ਉਹ ਇਹ ਕਿ ਕੈਨੇਡਾ ਅਮਰੀਕਾ ਦੀ ਪਪੇਟ ਆ ਤੇ ਜਿਵੇਂ CIA ਕੁਝ ਕਹਿੰਦੀ ਹੈ ਉਂਝ ਹੀ ਕੈਨੇਡਾ ਕਰਦਾ। ਇਹ ਤੇ ਬਹੁਤ ਵੱਡਾ ਐਲੀਗੇਸ਼ਨ ਆ ਰਵਨੀਤ ਬਿੱਟੂ ਵੱਲੋਂ, ਜਿਹੜੇ ਕਾਂਗਰਸ ਦੇ ਲੁਧਿਆਣੇ ਤੋਂ MP ਹੈਗੇ ਆ। ਹਾਲਾਂਕਿ ਚੇਅਰ ਜਿਹੜੇ ਉੱਥੇ ਲੋਕ ਸਭਾ ਦੇ, ਉਹਨਾਂ ਨੇ ਕਿਹਾ ਕਿ ਨਹੀਂ ਇਹੋ ਜਿਹੀਆਂ ਗੱਲਾਂ ਬਿਨਾਂ ਤੱਥਾਂ ਤੋਂ ਨਹੀਂ ਕਰਨੀਆਂ ਚਾਹੀਦੀਆਂ। ਇਹ ਤੇ ਉਧਰ ਦੂਜੇ ਪਾਸੇ ਮਾਨਦਾ ਵੀ ਜਿਹੜੇ ਗੁਰਪਤਵੰਤ ਸਿੰਘ ਜਿਹੜੇ ਹੈਗੇ, ਉਹਨਾਂ ਦਾ ਵੀ ਤੁਸੀਂ ਸੁਣ ਲਿਆ ਹੋਣਾ, ਗੁਰਪਤਵੰਤ ਸਿੰਘ ਉਹਨਾਂ ਦਾ ਉੱਥੋਂ, ਕਿ ਉਹ ਕੀ ਕਹਿ ਰਹੇ ਆ। ਉਹ ਇਹ ਕਹਿ ਰਹੇ ਆ ਕਿ ਦੇਖੋ ਜੀ, ਇੱਥੋਂ ਹਿੰਦੂਆਂ ਨੂੰ ਛੱਡ ਜਾਣਾ ਚਾਹੀਦਾ। ਜਾਣੀ ਦੋਵਾਂ ਹੀ ਪਾਸਿਆਂ ਦੇ ਉੱਤੇ ਕਾਫੀ ਮਾਮਲਾ ਵਿਗੜਿਆ ਹੋਇਆ। ਜਿਹੜੀ ਤੁਸੀਂ ਕਹਿੰਦੇ ਨਾ ਇਹ ਛਾਲ ਮਾਰਤੀ, ਇਹ ਛਾਲ ਇੰਜ ਨਹੀਂ ਵੱਜੀ ਹੈ, ਅਚਾਨਕ ਨਹੀਂ ਹੋਈ ਹੈ। ਅਸਲ 'ਚ ਇਹ ਛਾਲ ਉਦੋਂ ਤੋਂ ਹੀ ਬਿਨਾਂ ਸਲਾਹ ਤੋਂ, ਮੈਂ ਰਵਨੀਤ ਬਿੱਟੂ ਨਾਲ ਇੱਕ ਪੱਧਰ ਤੇ ਸਹਿਮਤ ਹਾਂ ਕਿ ਬਿਨਾਂ ਸਲਾਹ ਤੋਂ ਇਹ ਹੋ ਨਹੀਂ ਸਕਦਾ ਕਿ ਕੈਨੇਡਾ ਨੇ ਐਡਾ ਵੱਡਾ ਸਟੈਂਡ ਲਿਆ ਹੋਵੇ ਔਰ ਆਪਣੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਸ ਗੱਲ ਦਾ ਦੋਸ਼ ਇੰਡੀਅਨ ਗਵਰਨਮੈਂਟ ਤੇ ਲਾਇਆ ਹੋਵੇ, ਔਰ ਨਾਲ ਹੀ ਸਾਡਾ ਇੱਕ ਸਫਾਰਤਖਾਨੇ ਚੋਂ ਇੱਕ ਡਿਪਲੋਮੈਟ ਨੂੰ ਛੁੱਟੀ ਕਰਤੀ ਹੋਵੇ। ਇਹ ਵੱਡੇ ਕਦਮ ਸੀਗੇ। ਤੁਹਾਨੂੰ ਯਾਦ ਹੋਣਾ ਕਿ ਜਦੋਂ ਜਹਾਜ਼ ਖਰਾਬ ਹੋ ਗਿਆ ਜਸਟਿਨ ਟਰੂਡੋ ਦਾ ਇੰਡੀਆ ਦੇ G20 ਸੰਮੇਲਨ ਤੇ 10 ਤਰੀਕ ਨੂੰ ਰਾਤ ਨੂੰ, ਐਤਵਾਰ ਨੂੰ ਜਾਣਾ ਸੀ, ਉਹ ਮੰਗਲਵਾਰ ਦੁਪਹਿਰੋਂ ਬਾਅਦ ਜਾ ਸਕੇ। ਇੱਥੇ ਉਹ ਬੈਠੇ ਨਹੀਂ ਰਹੇ। ਉਹਨਾਂ ਨੇ ਇੱਥੋਂ ਹੀ ਜੋਲੀ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰ ਹੈ ਕੈਨੇਡਾ ਦੀ, ਉਹਨੂੰ ਇੰਗਲੈਂਡ ਨੂੰ ਭੇਜਤਾ ਸੀ ਵੀ ਜਾ ਕੇ ਖਬਰ ਦੇ ਸਾਡੀ ਇੱਥੇ ਇਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ, ਸਾਡੇ ਸਿਟੀਜ਼ਨ ਨੂੰ ਮਾਰਿਆ ਆ, ਨਿੱਜਰ ਨੂੰ, ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਗਿਆ, ਔਰ ਉਸ ਦੀ ਜਿਹੜੀ ਸੂਈ ਹੈ ਘੁੰਮਦੀ ਆ, ਉਹ ਇੰਡੀਅਨ ਗਵਰਨਮੈਂਟ ਵੱਲ ਘੁੰਮਦੀ ਹੈ। ਇਸੇ ਤਰੀਕੇ ਨਾਲ ਉਹਨਾਂ ਨੇ ਅਪਰੋਚ ਆਸਟ੍ਰੇਲੀਆ ਨੂੰ ਕੀਤਾ, ਅਮਰੀਕਾ ਨੂੰ ਕੀਤਾ, ਫਿਰ ਜਾ ਕੇ ਉਹਨਾਂ ਨੇ ਆਪਣਾ ਸਟੈਂਡ ਲਿਆ। ਔਰ ਤੁਹਾਨੂੰ ਯਾਦ ਹੋਣਾ ਕਿ ਹੁਣ ਤੇ ਠੀਕ ਹੈ, ਸਿੱਧਾ ਉਹਨਾਂ ਦੇ ਜਿਹੜੇ NSA ਅਮਰੀਕਾ ਦਾ ਜੇਕ ਸੁਲੀਵਨ, ਉਹਨੇ ਸਾਫ਼ ਤੌਰ ਤੇ ਕਿਹਾ ਕਿ ਹਾਂ, ਅਸੀਂ ਕਿਸੇ ਨੂੰ ਕੋਈ ਐਕਸੈਪਸ਼ਨ ਇਹਨਾਂ ਮਾਮਲਿਆਂ 'ਚ ਨਹੀਂ ਦੇ ਸਕਦੇ। ਜੇ ਕਿਸੇ ਨੇ ਆ ਕੇ ਦੂਜੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਕੀਤਾ ਤਾਂ ਇਸ ਦਾ ਪੂਰੇ ਦੀ ਪੂਰੀ ਤਹਿਕੀਕਾਤ ਹੋਊਗੀ, ਔਰ ਇਸ ਗੱਲ ਦਾ ਅਸੀਂ ਚਾਹੁੰਦੇ ਹਾਂ ਕਿ ਇੰਡੀਅਨ ਗਵਰਨਮੈਂਟ ਕੈਨੇਡੀਅਨ ਗਵਰਨਮੈਂਟ ਨੂੰ ਕੋਆਪਰੇਟ ਕਰੇ। ਇਹ ਮਾਮਲਾ, ਇਹਦਾ ਮਤਲਬ ਇਹ ਹੈ ਕਿ ਜਿਹੜਾ ਸ਼ੁਰੂ 'ਚ ਇੰਜ ਲੱਗਦਾ ਸੀ ਕਿ ਨਰਿੰਦਰ ਮੋਦੀ ਵਰਸਸ ਜਸਟਿਨ ਟਰੂਡੋ ਹੈਗਾ, ਜਾਂ ਇੰਡੀਅਨ ਗਵਰਨਮੈਂਟ ਵਰਸਸ ਬਨਾਮ ਕੈਨੇਡੀਅਨ ਗਵਰਨਮੈਂਟ ਹੈਗਾ, ਉਹ ਹੁਣ 5 ਆਈਜ਼, ਮਾਨ ਸਾਹਿਬ, ਜਿਹੜੇ 5 ਆਈਜ਼ ਦਾ ਮਤਲਬ ਹੈ ਆਸਟ੍ਰੇਲੀਆ, ਨਿਊਜ਼ੀਲੈਂਡ, UK, ਕੈਨੇਡਾ ਤੇ ਅਮਰੀਕਾ। ਇਹ 5 ਆਈਜ਼ ਕਹਿੰਦੇ ਆਪਣੇ ਆਪ ਨੂੰ, 5 ਅੱਖਾਂ,
ਇਹ ਉਹਨਾਂ ਵੱਲੋਂ ਇਹ ਇਕੱਠਾ ਹੀ ਆਲਮੋਸਟ ਸਮਝੋ ਵਿਦ ਓਨਲੀ ਡਿਫਰੈਂਸਿਸ ਆਫ ਡਿਗਰੀਜ਼, ਕਿ ਜਿਸ ਤਰ੍ਹਾਂ ਯੂਕੇ ਆ ਉਹ ਸਿੱਧੇ ਤੌਰ ਤੇ ਨਹੀਂ ਕੁੱਦਦਾ, ਟੇਢੇ ਢੰਗ ਨਾਲ ਹਾਂ ਵੀ ਨਾ ਵੀ ਮਾੜੀ ਗੱਲ ਆ ਹੋਣਾ ਚਾਹੀਦਾ ਇਹੋ ਜਿਹਾ ਕਰਦਾ, ਜਦ ਕਿ ਆਸਟ੍ਰੇਲੀਆ ਉਹਨਾਂ ਨਾਲੋਂ ਜ਼ਿਆਦਾ ਕੁਝ ਕਰ ਰਿਹਾ ਤੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਸਟਰੋਂਗ ਸਟੈਂਡ ਕੈਨੇਡਾ ਦੇ ਹੱਕ ਵਿੱਚ ਗੁਆਂਢ ਕਰਕੇ ਜਾਂ ਪੁਰਾਣੇ ਰਿਸ਼ਤੇ ਕਰਕੇ ਜਾਂ ਟ੍ਰੀਟੀ ਕਰਕੇ ਵਾਟਐਵਰ। ਗੱਲਾਂ ਤੇ ਇਹ ਵੀ ਸਾਹਮਣੇ ਆਈਆਂ ਕਿ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ ਨੇ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੇ ਕੋਆਪਰੇਸ਼ਨ ਨਾਲ, ਇਨਪੁਟ ਦੇ ਨਾਲ ਤੇ ਆਸਟ੍ਰੇਲੀਆ ਦੀ ਵੀ ਮਦਦ ਲੈ ਕੇ ਇੱਥੇ ਇਸ ਸਿੱਟੇ ਤੇ ਪਹੁੰਚੇ ਆ, ਰਲ ਕੇ ਪਹੁੰਚੇ ਆ ਕਿ ਇੰਡੀਅਨ ਸੀਕ੍ਰੇਟ ਏਜੰਸੀਆਂ ਦਾ ਹੱਥ ਹੋਣ ਦਾ ਉਹਨਾਂ ਕੋਲ ਪੁਖਤਾ ਸਬੂਤ ਹੈਗੇ। ਹੁਣ ਸਵਾਲ ਇਹ ਹੈ ਸਾਰਾ ਕਿ ਜਦੋਂ ਤੁਸੀਂ ਏਡੇ ਵੱਡੇ ਦੋਸ਼ ਲਾਉਨੇ ਕਿਸੇ ਸਰਕਾਰ ਤੇ ਲਾਉਨੇ ਆ ਤਾਂ ਕੁਦਰਤੀ ਅੱਗੇ ਸਰਕਾਰ ਵੀ ਕਹੂਗੀ ਉਹਨਾਂ ਨੇ ਕਿਹਾ ਕਿ ਇਹ ਬੇਸਲੈਸ ਹੈ, ਨੌਨਸੈਂਸ ਹੈ, ਇਹਦੇ 'ਚ ਕੋਈ ਇਹੋ ਜਿਹੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੈ। ਜੇ ਕੋਈ ਗੱਲ ਹੈ ਤੇ ਸਾਨੂੰ ਉਸ ਗੱਲ ਦੇ ਸਬੂਤ ਦਿੱਤੇ ਜਾਣ ਜੀ। ਤੇ ਜਿਹੜੀ ਤੁਸੀਂ ਗੱਲ ਕਹੀ ਹੈ ਤੇ ਉਹ ਜਸਟਿਨ ਟਰੂਡੋ ਨੇ ਉਹਨਾਂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਅਸੀਂ ਉਹ ਚੀਜ਼ਾਂ ਜਿਹੜੀ ਸਾਡੇ ਐਵੀਡੈਂਸ ਆ ਉਹ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂਗੇ। ਤੇ ਇੰਡੀਆ ਗਵਰਨਮੈਂਟ ਨੂੰ ਡਿਕਟੇਟ ਕੀਤਾ ਜਾ ਰਿਹਾ ਹੈ, ਕਿਹਾ ਜਾ ਰਿਹਾ ਵੀ ਜੋ ਅਸੀਂ ਚਾਹੁੰਦੇ ਹਾਂ ਤੁਸੀਂ ਉਂਝ ਕਰੋ, ਤੁਸੀਂ ਕੀ ਚਾਹੁੰਦੇ ਆ ਸਾਨੂੰ ਉਹਦੀ ਕੋਈ ਪਰਵਾਹ ਨਹੀਂ, ਸਾਡਾ ਬੰਦਾ ਮਰਿਆ। ਜਿਹੜੀ ਵਿਰੋਧੀ ਧਿਰ ਹੈਗੀ ਕੈਨੇਡਾ ਦੀ ਉਹ ਵੀ ਤਾਂ ਲਗਾਤਾਰ ਇਹ ਗੱਲ ਕਹਿ ਰਹੀ ਹੈ ਵੀ ਭਾਈ ਜਿਹੜੇ ਤੁਹਾਡੇ ਕੋਲ ਐਵੀਡੈਂਸ ਨੇ, ਕਿਉਂਕਿ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਇੱਕ ਰਾਸ਼ਟਰ ਦੇ ਉੱਪਰ, ਉਹ ਐਲੀਗੇਸ਼ਨ ਨੇ ਜਿਹੜੇ ਉਹ ਤੁਸੀਂ ਜਨਤਕ ਕਰੋ ਤਾਂ ਜੋ ਕੈਨੇਡੀਅਨ ਲੋਕਾਂ ਨੂੰ ਵੀ ਇਸ ਦੀ ਸੱਚਾਈ ਪਤਾ ਲੱਗ ਸਕੇ। ਫਿਰ ਜਸਟਿਨ ਟਰੂਡੋ ਡਿਨਾਈ ਕਿਉਂ ਕਰ ਰਹੇ ਨੇ ਵੀ ਅਸੀਂ ਇਹ ਸਬੂਤ ਨਸ਼ਰ ਕਰਾਂਗੇ? ਨਹੀਂ ਦੇਖੋ, ਇਹ ਤੇ ਮਿਸ ਹੈਂਡਲਿੰਗ ਹੈ, ਸਾਰੀ ਗੱਲ ਦੀ ਮਿਸ ਹੈਂਡਲਿੰਗ ਹੈ। ਜਿਹੜੀ ਕੋਈ ਵੀ ਇਹੋ ਜਿਹੀ ਸੀਕ੍ਰੇਟ ਕੰਮ ਹੁੰਦੇ ਆ ਉਹ ਸੀਕ੍ਰੇਟ ਹੀ ਡੀਲ ਹੁੰਦੇ ਆ ਕਿ ਤੁਸੀਂ ਇੱਕ ਬਾਰੇ ਤੇ ਇੱਥੋਂ ਤੱਕ ਕੱਲਾ ਪਬਲਿਕ ਹੀ ਨਹੀਂ ਕੀਤਾ, ਪੂਰੀ ਦੁਨੀਆ 'ਚ ਢੰਡੋਰਾ ਪਿੱਟ ਦਿੱਤਾ, ਆਪਣੀ ਪਾਰਲੀਮੈਂਟ 'ਚ ਜਾ ਕੇ ਤੁਸੀਂ ਐਡਰੈਸ ਕਰਕੇ ਇਹ ਗੱਲਾਂ ਕਹਿਤੀਆਂ ਤੇ ਬਾਕੀ ਬਚਿਆ ਕੀ? ਹੁਣ ਕੁਦਰਤੀ ਹੈ ਕਿ ਜਿਨ੍ਹਾਂ ਤੇ ਦੋਸ਼ ਲਾਓਗੇ ਉਹ ਤੇ ਕਹਿਣਗੇ ਹੀ ਨਾ ਵੀ ਸਾਨੂੰ ਸਬੂਤ ਤੇ ਦਿਓ, ਨਹੀਂ ਤੇ ਤੁਸੀਂ ਸਭ ਝੂਠ ਬੋਲ ਰਹੇ ਆ। ਹੁਣ ਇਸ ਸਿਚੁਏਸ਼ਨ ਦੇ ਵਿੱਚ ਜਸਟਿਨ ਟਰੂਡੋ ਨੇ ਆਪਣੇ ਆਪ ਨੂੰ ਫਸਾ ਲਿਆ। ਭਾਵੇਂ ਇੰਡੀਅਨ ਗਵਰਨਮੈਂਟ ਦਾ ਚਲੋ ਉਹਨਾਂ ਦੇ ਕਾਨੂੰਨ ਲੱਗ ਗਿਆ, ਸਾਡੇ ਲੱਗ ਗਿਆ। ਇੰਡੀਅਨ ਗਵਰਨਮੈਂਟ ਨੇ ਜਿਹੜੇ ਅੱਜ NIA ਨੇ 43 ਇਹੋ ਜਿਹੇ ਗੈਂਗਸਟਰ ਹੈਗੇ ਆ, ਕੋਈ ਟੈਰਰਿਸਟ ਹੈਗੇ ਆ ਇੰਡੀਅਨ ਗਵਰਨਮੈਂਟ ਦੀ ਅੱਖ ਵਿੱਚ, ਜੋ ਵੀ ਉਹ ਡਿਫਾਈਨ ਕਰਦੇ ਆ, ਬਹੁਤ ਸਾਰੇ ਵਾਂਟਡ ਹੈਗੇ ਆ, ਕਈਆਂ ਦੇ ਰੈੱਡ ਕਾਰਨਰ ਨੋਟਿਸ ਵੀ ਹੋਊਗਾ। ਉਹ 43 ਬੰਦਿਆਂ ਦੀ ਲਿਸਟ ਜਾਰੀ ਕਰਤੀ ਹੈ ਔਰ ਉਹਨਾਂ 43 'ਚ NIA ਨੇ 10 ਬੰਦੇ ਅਮਰੀਕਾ ਦੇ ਇਹੋ ਜਿਹੇ ਆ ਜਿਨ੍ਹਾਂ ਨੇ ਸੈਨ ਫਰਾਂਸਿਸਕੋ ਦੇ ਇੰਡੀਅਨ ਕਾਂਸੂਲੇਟ ਤੇ ਹਮਲਾ ਕੀਤਾ, ਜਿਹਨਾਂ ਦੀਆਂ ਫੋਟੋਆਂ ਦਿੱਤੀਆਂ ਆ ਕਿ ਇਹਨਾਂ ਬੰਦਿਆਂ ਦਾ ਥਹੁ ਪਤਾ ਲੈ ਕੇ ਸਾਨੂੰ ਸਾਰੀ ਇਨਫੋਰਮੇਸ਼ਨ ਦਿਓ। ਹੁਣ ਇੱਕ ਪਾਸੇ ਇੰਡੀਆ ਇਸ ਗੱਲ ਤੇ, ਜਾਣੀ ਕਹੀਏ ਭਾਰਤ, ਇੰਡੀਆ ਸ਼ਾਇਦ ਮੋਦੀ ਜੀ ਨਾ ਸਮਝਣ ਕਿ ਇੰਡੀਆ ਕਿਹਨੂੰ ਕਹਿ ਰਹੇ ਹਾਂ ਅਸੀਂ, ਭਾਰਤ ਜਿਹੜਾ ਆ ਮੋਦੀ ਜੀ ਦਾ ਭਾਰਤ, ਉਹ ਇਸ ਗੱਲ ਦੀ ਗੱਲ ਕਰ ਰਹੇ ਆ ਕਿ ਦੇਖੋ ਤੁਸੀਂ ਸਾਡੇ ਦੇਸ਼ ਦੇ ਵਿਰੁੱਧ ਆਪਣੇ ਦੇਸ਼ ਦੇ ਵਿੱਚ ਇਹੋ ਜਿਹੇ ਐਲੀਮੈਂਟਸ ਨੂੰ ਗਤੀਵਿਧੀਆਂ ਕਰਨ ਦੀ ਇਜਾਜ਼ਤ ਦਿੰਦੇ ਆ ਜਿਹੜੇ ਸਾਨੂੰ ਬਿਲਕੁਲ ਮਨਜ਼ੂਰ ਨਹੀਂ। ਅਸੀਂ ਬੜੀ ਦੇਰ ਦਾ ਤੁਹਾਨੂੰ ਰੋਕ ਰਹੇ ਹਾਂ, ਤੁਸੀਂ ਸੁਣਨਾ ਨਹੀਂ ਚਾਹੁੰਦੇ ਔਰ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਗਦਰ ਮਚਾਇਆ ਹੋਇਆ, ਸਾਡੇ ਵਿਰੁੱਧ ਹਰ ਕਿਸਮ ਦੀ ਸਾਜ਼ਿਸ਼ ਉੱਥੇ ਰਚੀ ਜਾ ਰਹੀ ਆ। ਸਾਜ਼ਿਸ਼ ਇਕੱਲੀ ਸ਼ਬਦਾਂ ਤੱਕ ਨਹੀਂ ਰਹੀ, ਹਮਲਿਆਂ ਤੱਕ ਆ ਗਈ ਹੈ। ਇਹ ਇੱਕ ਬਿਲਕੁਲ ਦੁਰਉਪਯੋਗ ਆ ਕਿਸੇ ਵੀ ਚੀਜ਼ ਦਾ, ਉਹਨਾਂ ਹਾਲਾਤਾਂ ਦਾ ਤੁਸੀਂ ਉਹਨਾਂ ਨੂੰ ਬਹੁਤ ਖੁੱਲ੍ਹ ਦਿੱਤੀ ਹੈ। ਇਸੇ ਕਰਕੇ NIA ਨੇ ਪੂਰੀਆਂ ਲਿਸਟਾਂ ਆਪਣੀਆਂ ਜਾਰੀ ਕੀਤੀਆਂ। ਜਦ ਇਹ ਆਪਣੀਆਂ ਲਿਸਟਾਂ ਜਾਰੀ ਕਰਕੇ ਡੰਕੇ ਦੀ ਚੋਟ ਨਾਲ ਗੱਲ ਤਾਂ ਮੇਰਾ ਖਿਆਲ ਹੈ ਕਿ ਜਸਟਿਨ ਟਰੂਡੋ ਨੂੰ ਵੀ ਉਸੇ ਤਰੀਕੇ ਨਾਲ ਮੈਦਾਨ 'ਚ ਆਉਣਾ ਪਊਗਾ। ਜੇ ਆ ਗਏ ਆ ਤੇ ਹੁਣ ਖੁੱਲ੍ਹ ਕੇ ਗੱਲ ਕਰੋ, ਕਿਉਂਕਿ ਇਹ ਇਕੱਲਾ ਤੁਹਾਡੇ ਸਾਨਾਂ ਦੇ ਭੇਡ ਦੀ ਗੱਲ ਨਹੀਂ ਹੈ। ਇਹ ਜੋ ਬਾਈਡਨ ਔਰ ਜਸਟਿਨ ਟਰੂਡੋ ਇੱਕ ਪਾਸੇ ਤੇ ਦੂਜੇ ਪਾਸੇ ਅਮਿਤ ਸ਼ਾਹ ਜਾਂ ਸਾਡੇ ਅਜੀਤ ਡੋਵਾਲ ਜਾਂ ਸਾਡੇ ਪ੍ਰਧਾਨ ਮੰਤਰੀ, ਉਹਨਾਂ ਦੇ ਵਿਚਾਲੇ ਕੋਈ ਗੱਲਾਂ ਥੋੜ੍ਹੀ ਹੈਗੀਆਂ। ਜਨਤਾ ਉਹਦੇ ਤੋਂ ਪਰੇਸ਼ਾਨ ਆ, ਜੋ ਐਕਸ਼ਨ ਹੋ ਰਿਹਾ, ਜੋ ਕਿਸੇ ਕਿਸਮ ਦੇ ਵੀਜ਼ੇ ਰੋਕਣਾ, ਹੋਰ ਕਰਨਾ, ਸਾਰੀ ਜਨਤਾ, ਪੰਜਾਬ ਦੀ ਜਨਤਾ ਪਰੇਸ਼ਾਨ ਆ। ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈਗੀ। ਪਿਛਲੇ ਸਾਲ ਤੁਸੀਂ ਦੇਖੋ ਇੱਥੋਂ ਨੌਜਵਾਨ ਜਿਹੜੇ ਆ 1,36,000 ਨੌਜਵਾਨ ਗਏ ਆ। ਐਤਕੀ ਪਤਾ ਨਹੀਂ ਕਿੰਨੇ ਜਾਣ ਲਈ ਬੋਰੀਆ ਬਿਸਤਰਾ ਬੰਨ੍ਹ ਕੇ ਬੈਠੇ ਆ, ਬਹੁਤਿਆਂ ਨੇ ਪੈਸੇ ਦੇ ਦਿੱਤੇ ਆ ਔਰ ਉਹ ਕਈਆਂ ਨੇ ਜਨਵਰੀ 'ਚ ਜਾਣਾ, ਜਨਵਰੀ ਵਾਲੇ ਸੈਸ਼ਨ 'ਚ ਜੁਆਇਨ ਕਰਨਾ। ਉਹ ਇਸ ਵੇਲੇ ਘਬਰਾਏ ਬੈਠੇ ਕਿ ਸਾਡੇ ਪੈਸੇ ਨਾ ਮਰ ਜਾਣ, ਆ ਕੀ ਹੋ ਗਿਆ, ਕਿਹੜਾ ਨਵਾਂ ਰੌਲਾ ਸ਼ੁਰੂ ਕਰ ਲਿਆ, ਬੰਦ ਕਰੋ ਬੰਦ ਕਰੋ। ਅਸੀਂ ਵੀ ਸਾਰੇ ਇਹੋ ਕਹਿੰਦੇ ਹਾਂ ਕਿ ਜੇ ਦੇਸ਼ਾਂ ਦੇ ਵਿਚਾਲੇ ਕੋਈ ਮਤਭੇਦ ਆ ਤੇ ਉਹਦਾ ਪਾਰਾ ਇੰਨਾ ਚੜਾ ਨਹੀਂ ਦੇਣਾ ਚਾਹੀਦਾ, ਉਹਨੂੰ ਸ਼ਾਂਤਮਈ ਢੰਗ ਦੇ ਨਾਲ, ਸਮਝਦਾਰੀ ਦੇ ਨਾਲ
ਗੱਲਬਾਤ ਦੇ ਰਾਹੀਂ, ਡਾਇਲੌਗ ਰਾਹੀਂ ਹੱਲ ਕਰਨਾ ਚਾਹੀਦਾ, ਨਾ ਕਿ ਤੁਸੀਂ ਕੋਠੇ ਤੇ ਚੜ੍ਹ ਕੇ ਢੋਲ ਵਜਾਓ, ਉਹ ਉਹਨੂੰ ਕਹੀ ਜਾਵੇ, ਉਹਨੂੰ ਕਹੀ ਜਾਵੇ। ਇਹਦੇ ਨਾਲ ਮਸਲਾ ਦਿਨ ਬ ਦਿਨ ਉਲਝਦਾ ਜਾ ਰਿਹਾ, ਕਿਸੇ ਸਿੱਟੇ ਤੇ ਜਾਂ ਸੁਲਝਣ ਦੀ ਜਗ੍ਹਾ। ਜੀ ਸਰ, ਇੱਕ ਪਾਸੇ ਤਾਂ ਜਸਟਿਨ ਟਰੂਡੋ ਇਹ ਕਹਿ ਰਹੇ ਨੇ ਵੀ ਅਸੀਂ ਜਿੰਨੇ ਦੋਸ਼ ਅਸੀਂ ਲਗਾਏ ਨੇ ਜਾਂ ਇਲਜ਼ਾਮ ਲਗਾਏ ਨੇ, ਸਾਡੇ ਕੋਲ ਉਹਨਾਂ ਦੇ ਸਬੂਤ ਨੇ, ਅਸੀਂ ਉਹ ਜਨਤਕ ਨਹੀਂ ਕਰਨੇ। ਲੇਕਿਨ ਦੂਸਰੇ ਪਾਸਿਓਂ ਕੈਨੇਡੀਅਨ ਲੋਕਾਂ ਦੀ ਇੱਕ ਆਵਾਜ਼ ਇਹ ਵੀ ਉੱਠ ਕੇ ਆ ਰਹੀ ਹੈ ਵੀ ਕਿਉਂਕਿ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ ਹੈ, ਇਹ ਅਰਥ ਵਿਵਸਥਾ ਦੇ ਉੱਪਰ, ਅਨਐਮਪਲਾਇਮੈਂਟ ਦੇ ਉੱਪਰ ਬੁਰੀ ਤਰੀਕੇ ਦੇ ਨਾਲ ਫੇਲ ਹੋਈ ਹੈਗੀ। ਉੱਥੇ ਬੇਰੁਜ਼ਗਾਰੀ ਵਧੀ ਹੈ, ਅਰਥ ਵਿਵਸਥਾ ਵੀ ਪਟੜੀ ਉੱਪਰ ਨਹੀਂ ਆ ਰਹੀ। ਇਹਨਾਂ ਗੱਲਾਂ ਨੂੰ ਲੁਕਾਉਣ ਦੇ ਲਈ, ਕਿਉਂਕਿ ਅਗਲੇ ਸਾਲ ਮਾਫ ਕਰਨਾ 2025 ਚ ਇਲੈਕਸ਼ਨ, ਉੱਤੇ ਇਹ ਸਾਰੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਸਾਰਾ ਕੁਝ ਰਚਿਆ ਜਾ ਰਿਹਾ ਹੈ। ਕੀ ਇਸ ਦੇ ਵਿੱਚ ਵੀ ਕੁਝ ਸੱਚਾਈ ਹੈ? ਮਾਨ ਸਾਹਿਬ, ਇਹ ਤੇ ਸਾਰੇ ਹੀ ਕਰਦੇ ਆ, ਇੰਡੀਆ ਵੀ ਕਰਦਾ, ਉਹ ਵੀ ਕਰਦੇ ਆ, ਇੰਗਲੈਂਡ ਵੀ ਕਰਦਾ, ਅਮਰੀਕਾ ਵੀ ਕਰਦਾ। ਕਿਹੜੇ ਦੇਸ਼ ਦਾ ਪੋਲੀਟੀਸ਼ੀਅਨ ਆ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਵੋਟਰਾਂ ਦੀ ਮੁੱਦਿਆਂ ਤੋਂ ਧਿਆਨ ਹਟਾ ਕੇ ਕਿਸੇ ਹੋਰ ਪਾਸੇ ਗੈਰ ਇਸ਼ੂਜ਼ ਦੇ ਉੱਤੇ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਮਿਲਣਾ, ਨੁਕਸਾਨ ਭਾਵੇਂ ਹੋ ਜਾਏ, ਉਹਦੇ ਤੇ ਖੜਾ ਕਰ ਦਿੰਦੇ ਆ। ਕਈ ਵਾਰੀ ਭਾਵਕ, ਕਈ ਵਾਰੀ ਧਰਮ ਦੇ ਤੇ, ਕਈ ਵਾਰੀ ਕਿਸੇ ਕਿਸਮ ਦੇ ਮੁੱਦਿਆਂ ਤੇ, ਸਿਰਫ ਵੋਟਾਂ ਦੇ ਮਾਮਲੇ। ਮੈਂ ਇਸ ਗੱਲ ਦੇ ਬਹੁਤਾ ਕੋਈ ਸੋਲਿਡ ਨਹੀਂ ਕਹਿ ਸਕਦਾ ਕਿ ਕਿਸ ਕਰਕੇ ਹੋ ਰਿਹਾ, ਪਰ ਇਹ ਗੱਲਾਂ ਅੱਜ ਦੀਆਂ ਨਹੀਂ ਹੈ। ਜਦੋਂ ਪਿਛਲੀ ਵਾਰੀ ਵੀ ਜਸਟਿਨ ਟਰੂਡੋ ਆਏ, ਉਹਨਾਂ ਨੂੰ ਕੋਈ ਬਹੁਤਾ ਇੱਥੇ ਵਾਰਮ ਵੈਲਕਮ ਨਹੀਂ ਮਿਲਿਆ। ਐਤਕੀ ਵੀ ਜਦੋਂ ਸਾਰੇ ਜੋਸ਼ੋ ਖਰੋਸ਼ ਦੇ ਨਾਲ G20 ਦਾ ਹੋਇਆ, ਬਾਈਲੇਟਰਲ ਹੋਈ, ਸਾਰਾ ਕੁਝ ਹੋਇਆ, ਤੇ ਇੱਕ ਪੱਧਰ ਤੇ ਮੈਨੂੰ ਲੱਗਦਾ ਕਿ ਇੰਡੀਅਨ ਗਵਰਨਮੈਂਟ ਨੂੰ ਥੋੜਾ ਜਿਹਾ ਉਹਨਾਂ ਦੀ ਆਓ ਭਗਤ ਵਿੱਚ ਜਾਂ ਜਿਹੜਾ ਪ੍ਰੋਟੋਕੋਲ ਹੁੰਦਾ ਉਹਦੇ 'ਚ ਲੂਜ਼ ਐਂਡ ਨਹੀਂ ਸੀ ਛੱਡਣੇ ਚਾਹੀਦੇ। ਜਦੋਂ ਉਹਨਾਂ ਨੂੰ ਸੀ ਆਫ ਕੀਤਾ, ਬੰਦਾ ਖਪਿਆ ਖਪਾਇਆ, 2 ਦਿਨ ਵਾਧੂ ਇੱਥੇ ਬੈਠਣਾ ਪੈ ਗਿਆ, ਇਕੱਲਾ ਨਹੀਂ ਸੀਗਾ, ਹੋਰ ਸਾਰਾ ਪੈਰਾਫਰਨੇਲੀਆ ਸੀ। 36 ਸਾਲ ਪੁਰਾਣਾ ਜਹਾਜ਼ ਚੱਕ ਕੇ ਆ ਗਏ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਤੁਸੀਂ ਡਿਵੈਲਪਡ ਕੰਟਰੀ ਹੈ, ਵਧੀਆ ਕੰਟਰੀ, ਚਲੋ ਘੱਟੋ ਘੱਟ ਡਿਵੈਲਪਡ ਕੰਟਰੀਆਂ ਦੇ, ਸਭ ਤੋਂ ਪਾਵਰਫੁਲ ਕੰਟਰੀਆਂ ਦੇ ਨਾਲ ਤੁਹਾਡੀ ਯਾਰੀ ਆ, ਤੇ ਜਹਾਜ਼ ਤੇ ਚੱਜ ਦਾ ਲੈ ਕੇ ਆਉਂਦੇ। ਖੈਰ ਜੋ ਵੀ, ਉਹ ਤੇ ਕਦੀ ਵੀ ਨਵੇਂ ਜਹਾਜ਼ ਵਿੱਚ ਵੀ ਹੋ ਸਕਦਾ, ਐਡੀ ਗੱਲ ਨਹੀਂ ਹੈਗੀ। ਪਰ ਉਦੋਂ ਬਾਅਦ ਜਦੋਂ ਸੀ ਆਫ ਕੀਤਾ, ਤੁਸੀਂ ਦੇਖਿਆ ਕਿ ਜਿਸ ਢੰਗ ਦੇ ਨਾਲ ਫੋਟੋਆਂ ਆਈਆਂ, ਬਾਅਦ ਵਿੱਚ ਉਹ ਮਿਨਿਸਟਰ ਆਫ ਸਟੇਟ ਦੇ ਲੈਵਲ ਦੇ ਬੰਦੇ ਨੂੰ ਭੇਜਦਾ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਕਿਸੇ ਨੂੰ ਘਰ ਬੁਲਾਓ ਤੇ ਉਹਨੂੰ ਇੱਜ਼ਤ ਮਾਣ ਦੇਣਾ ਚਾਹੀਦਾ। ਮੈਨੂੰ ਲੱਗਦਾ ਇੱਕ ਜਿਹੜਾ ਫੈਕਟਰ ਆ ਉਸ ਨੇ ਕਾਫੀ ਪ੍ਰੈਸੀਪਿਟੇਟ ਹੋਇਆ, ਕਿਉਂਕਿ ਜਦੋਂ ਵਾਪਸ ਗਏ ਤੇ ਉਹਨਾਂ ਦੇ ਮੀਡੀਆ ਨੇ ਜਸਟਿਨ ਟਰੂਡੋ ਨੂੰ ਖਦੇੜਿਆ, ਕਿਹਾ ਕਿ ਲੈਣ ਕੀ ਗਏ ਸੀ, ਬਾਰ-ਬਾਰ ਬੇਇੱਜ਼ਤੀ ਕਰਾਉਣ ਜਾਂਦੇ ਉੱਥੇ, ਤੁਹਾਡੀ ਗੱਲ ਤੇ ਕੋਈ ਸੁਣਦਾ ਨਹੀਂ। ਇਹਦਾ ਜਵਾਬ ਕੋਈ ਨਹੀਂ ਸੀ। ਇਸ ਕਰਕੇ ਉਹ ਵੱਡੇ ਪੱਧਰ ਤੇ ਗੱਲ ਹੋਰ ਮੱਗ ਗਈ। ਉਹਨਾਂ ਨੇ ਵੀ ਆਫਟਰ ਆਲ ਲਿਖੋ ਲੋਕਾਂ ਕੋਲ ਵੋਟਾਂ ਲੈਣੀਆਂ। ਤੇ ਦੂਸਰੇ ਪਾਸੇ ਸਾਡੀ ਜਿਹੜੀ ਸਿੱਖਾਂ ਦੀ ਪਾਪੂਲੇਸ਼ਨ ਆ, 2.1% ਪਾਪੂਲੇਸ਼ਨ ਹੈ ਪਿਛਲੇ ਸੈਂਸਸ ਦੇ ਮੁਤਾਬਕ, ਕਾਫੀ ਵੱਡਾ ਨੰਬਰ ਆ। ਔਰ 60 ਸੀਟਾਂ ਦੇ ਉੱਤੇ ਅਸਰਦਾਇਕ ਵੀ ਹੈਗੇ ਆ ਜਿਹੜੀਆਂ ਉੱਥੇ ਦੀਆਂ ਪਾਰਲੀਮੈਂਟ ਦੀਆਂ। ਇਹ ਗੱਲ ਤੁਹਾਡੀ ਗੱਲ 'ਚ ਵਜ਼ਨ ਹੈ ਕਿ ਇਹ ਗੱਲ ਹੋ ਸਕਦੀ ਹੈ, ਪਰ ਇਹ ਹੈ ਕਿ ਨਹੀਂ ਹੈ, ਸਿਰਫ ਇਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ? ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਵੀ ਕਿਉਂਕਿ ਅਲਪਮਤ ਦੇ ਵਿੱਚ ਹੈਗੀ ਸਰਕਾਰ, NDP ਦੀ ਸਹਾਇਤਾ ਦੇ ਨਾਲ ਹੀ ਸਰਕਾਰ ਉੱਥੇ ਚੱਲ ਰਹੀ ਹੈ। 25 MP ਨੇ, ਤੇ ਨਾਲ ਇਹ ਕਿਹਾ ਗਿਆ ਵੀ NDP ਦੇ ਜਿਹੜੇ ਸੰਸਥਾਪਕ ਨੇ, ਜੋ ਲੀਡ ਕਰ ਰਹੇ ਨੇ, ਉਹ ਖਾਲਿਸਤਾਨੀਆਂ ਦੇ ਸਮਰਥਕ ਨੇ। ਇਸ ਕਰਕੇ ਜਸਟਿਨ ਟਰੂਡੋ ਨੂੰ ਮਜਬੂਰੀ ਬਸ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਬਿਆਨ ਦੇਣੇ ਪੈ ਰਹੇ ਨੇ। ਇਸ ਗੱਲ 'ਚ ਸੱਚਾਈ ਕਿੰਨੀ ਹੈ? ਨਹੀਂ, ਮੈਨੂੰ ਲੱਗਦਾ ਕਿ ਦੇਖੋ, ਉਹਨਾਂ ਨੇ ਕੋਈ ਖਾਲਿਸਤਾਨ ਦੇ ਪੱਖ 'ਚ ਬਿਆਨ ਤੇ ਨਹੀਂ ਦਿੱਤਾ। ਕੋਈ ਤੁਸੀਂ ਸੁਣਿਆ? ਮੈਂ ਤਾਂ ਨਹੀਂ ਸੁਣਿਆ ਵੀ ਖਾਲਿਸਤਾਨ ਬਣਨਾ ਚਾਹੀਦਾ। ਉਹਨਾਂ ਨੇ ਤੇ ਜਿਹੜਾ ਮੁੱਦਾ ਰੱਖਿਆ ਕਿ ਕੋਈ ਖਾਲਿਸਤਾਨੀ ਆ, ਉਹ ਸਾਡਾ ਸਿਟੀਜ਼ਨ ਆ। ਖਾਲਿਸਤਾਨ ਦੀ ਮੰਗ ਕਰਨਾ, ਜਿਵੇਂ ਇੰਡੀਅਨ ਸੁਪਰੀਮ ਕੋਰਟ ਕਹਿੰਦੀ ਹੈ ਕਿ ਕੋਈ ਉਹ ਗੈਰ ਕਾਨੂੰਨੀ ਨਹੀਂ। ਇੱਥੇ ਸਿਮਰਨਜੀਤ ਸਿੰਘ ਮਾਨ ਹੁਣੀ ਖਾਲਿਸਤਾਨ ਦੀਆਂ ਰੋਜ਼ ਮੂੰਗਲੀਆਂ ਫੇਰਦੇ, ਇਸ ਉਮਰੇ ਵੀ ਰੋਜ਼ ਨਾਰੇ ਲੱਗਦੇ ਆ, ਝੰਡੇ ਝੂਲਦੇ ਆ, ਖਾਲਿਸਤਾਨ ਚਾਹੀਦਾ, ਲੈ ਕੇ ਰਵਾਂਗੇ ਖਾਲਿਸਤਾਨ। ਉਹਨਾਂ ਦੇ ਬੰਦੇ ਟੀਵੀਆਂ ਤੇ ਆ ਕੇ ਬੋਲ ਜਾਂਦੇ, ਹਾਂ ਸਾਡਾ ਇਹ ਹੱਕ ਆ। ਤੇ ਇਹ ਉੱਥੇ ਇਹਦੇ ਨਾਲ ਥੋੜਾ ਉਹਨਾਂ ਜ਼ਿਆਦਾ ਕੀਤਾ, ਜਿਸ ਕਰਕੇ ਤਲਖੀ ਜ਼ਿਆਦਾ ਵਧੀ ਹੈ ਕਿ ਹਮਲੇ ਵੀ ਕਰ ਦੇਣੇ ਜਾਂ ਤਿਰੰਗੇ ਦਾ ਬੇਹੁਰਮਤੀ ਕਰਨੀ। ਇਹ ਮਾੜੀਆਂ ਗੱਲਾਂ, ਬਹੁਤ ਮਾੜੀਆਂ ਗੱਲਾਂ, ਜਿਹਦੇ ਤੇ ਤੁਰੰਤ ਉੱਥੇ ਦੀਆਂ ਸਰਕਾਰਾਂ, ਭਾਵੇਂ ਅਮਰੀਕਨ ਗਵਰਨਮੈਂਟ ਹੋਵੇ, ਭਾਵੇਂ ਕੈਨੇਡੀਅਨ ਗਵਰਨਮੈਂਟ ਹੋਵੇ, ਉਹਨਾਂ ਨੂੰ ਇਹ ਐਕਸ਼ਨ ਲੈਣਾ ਚਾਹੀਦਾ ਸੀਗਾ। ਪਰ ਓਵਰਆਲ ਤੁਸੀਂ ਕਹਿੰਦੇ ਕਿ ਇਸ ਕਰਕੇ ਕਿਉਂਕਿ ਉਹ ਘੱਟ ਗਿਣਤੀ 'ਚ ਆ, 25 MP ਆ, ਇਸ ਕਰਕੇ ਉਹ ਇੱਧਰ ਨੂੰ ਸੁਰ ਚੁੱਕ ਲਿਆ। ਮੈਨੂੰ ਨਹੀਂ ਲੱਗਦਾ ਕਿ ਉਹ ਐਡੇ ਵੱਡੇ ਪੱਧਰ ਤੇ 25 ਸੀਟਾਂ ਦੇ ਨਾਲ ਉਹ ਪ੍ਰਭਾਵਿਤ ਹੋ ਕੇ ਆਪਣੀ ਸਿਰਫ ਸਰਕਾਰ ਬਚਾਉਣ ਨੂੰ ਏਡੇ ਵੱਡੇ ਪੰਗੇ ਛੇੜ ਲੈਣਗੇ। ਇਹ ਇੱਕ ਫੈਕਟਰ ਹੋ ਸਕਦਾ, ਪਰ ਇਹ ਸੋਲ ਫੈਕਟਰ ਜਾਂ ਸਾਰੇ ਫੈਕਟਰ ਨਹੀਂ ਹੈਗੇ ਸਰਕਾਰ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਮੰਗ ਜਿਹੜੀ ਖਾਲਿਸਤਾਨ ਦੇ ਹੱਕ 'ਚ ਜਾਂ ਵਿਰੋਧ 'ਚ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਇੱਕ ਸਿਟੀਜ਼ਨ ਆ ਉੱਥੋਂ ਦਾ,
ਉਸ ਸਿਟੀਜ਼ਨ ਨੂੰ ਉਹ ਕਹਿੰਦੇ ਕਿ ਕਿਸੇ ਏਜੰਸੀਆਂ ਦੇ ਤਹਿਤ ਉਸ ਨੂੰ ਸ਼ਾਸੀ ਢੰਗ ਦੇ ਨਾਲ ਉਹਦਾ ਮਰਡਰ ਕੀਤਾ ਗਿਆ। ਉਹਨਾਂ ਦਾ ਜਾਣੀ ਭਾਵੇਂ ਸ਼ਬਦ ਦੇ ਨਾ ਹੋਣ, ਮਨਸ਼ਾ ਇਹੀ ਹੈ ਕਹਿਣ। ਕਾਰਨ ਉਹਦਾ ਜ਼ਿਆਦਾ ਵੱਡਾ ਇਹ ਹੁੰਦਾ ਕਿ ਮਈ 6 ਨੂੰ ਜਿਹੜਾ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਥੇ ਜਿਹੜਾ ਇੱਕ ਮਾਰਿਆ ਜਾਂਦਾ ਲਾਹੌਰ ਦੇ ਵਿੱਚ ਜਦੋਂ ਸੈਰ ਕਰਨ ਲਈ ਜਾਂਦੇ ਆ, ਉਹਦਾ ਹੈਡ। ਇਸੇ ਤਰੀਕੇ ਨਾਲ ਖੰਡਾ ਜਿਹੜਾ ਆ ਉਹ 15 ਜੂਨ ਨੂੰ, ਇਹ 1.5 ਮਹੀਨੇ ਦੇ ਅੰਦਰ ਅੰਦਰ 3 ਬੰਦੇ ਖਤਮ ਹੋ ਜਾਂਦੇ ਆ। 15 ਜੂਨ ਨੂੰ ਜਿਹੜਾ ਅਵਤਾਰ ਸਿੰਘ ਖੰਡਾ ਉਹਦੀ ਡੈਥ ਹੁੰਦੀ ਹੈ। ਹਾਲਾਂਕਿ ਉਹਦਾ ਬਲੱਡ ਕੈਂਸਰ ਦੇ ਮੁਤਾਬਕ ਉਹਨਾਂ ਨੂੰ ਕਹਿੰਦੇ ਕਿ ਉਹ ਵੀ ਇੱਥੋਂ ਦੇ ਅੰਮ੍ਰਿਤਪਾਲ ਦਾ ਹੈਂਡਲਰ ਸੀਗਾ, ਇਹ ਆਪਾਂ ਜਾਣਦੇ ਹਾਂ। ਤੇ NIA ਉਹਨਾਂ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਲਈ ਉੱਥੇ ਪਹੁੰਚੀ ਸੀਗੀ। ਮੇਰਾ ਖਿਆਲ ਕੈਨੇਡਾ 'ਚ ਵੀ ਚੱਕਰ ਮਾਰਿਆ ਉਹਨਾਂ ਨੇ ਕਿ ਅਸੀਂ ਸਾਰੀ ਇਨਵੈਸਟੀਗੇਸ਼ਨ ਆਪਣੇ ਤੌਰ ਤੇ ਕਰਨਾ ਚਾਹੁੰਦੇ ਹਾਂ ਕਿ ਕੌਣ-ਕੌਣ ਬੰਦੇ ਕਿੱਥੇ ਕਿਸੇ ਹੱਦ ਤੱਕ ਸਾਡੇ ਦੇਸ਼ ਦੇ ਇੱਜ਼ਤ ਆਬਰੂ ਨੂੰ, ਆਤਮ ਸਨਮਾਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ। ਤੇ ਉਹਨਾਂ ਦਿਨਾਂ 'ਚ 18 ਜੂਨ ਨੂੰ ਇਹਦਾ ਨਿੱਜਰ ਦੀ ਵੀ ਮਰਡਰ ਹੋ ਜਾਂਦਾ। ਹੁਣ ਇਹ ਗੱਲਾਂ ਜਦੋਂ 1.5 ਮਹੀਨੇ ਦੇ ਅੰਦਰ ਅੰਦਰ ਜੋੜ ਕੇ ਦੇਖਦੇ ਆ ਤਾਂ ਕੁਦਰਤੀ ਹੈ ਕਿ ਇੱਕ ਸ਼ੰਕੇ ਦਾ ਬਣ ਜਾਣਾ ਕਿ ਹਾਂ ਕਰਵਾ ਰਿਹਾ ਨਾ ਵੀ ਹੋਵੇ ਤਾਂ ਵੀ ਬਣ ਜਾਂਦਾ। ਮੇਰਾ ਖਿਆਲ ਹੈ ਕਿ ਇਸ ਇਹਨਾਂ ਮਾਮਲਿਆਂ ਨੂੰ ਹੱਲ ਮਾਨ ਸਾਹਿਬ ਡਿਪਲੋਮੇਸੀ ਦੇ ਨਾਲ, ਇੰਟੈਲੀਜੈਂਸ ਏਜੰਸੀਆਂ ਦੀ ਇੱਕ ਦੂਜੇ ਦੇ ਨਾਲ ਇਨਪੁੱਟ ਨਾ ਕਰਨਾ ਚਾਹੀਦਾ ਸੀਗਾ। ਇਹ ਜਿਹੜੇ ਤਿੱਖੇ ਤੇਵਰ ਆਮਣੇ ਸਾਹਮਣੇ ਹੋ ਜਾਣੇ, ਮੈਨੂੰ ਲੱਗਦਾ ਕਿ ਸਾਨੂੰ ਗਲੋਬਲੀ ਇਹ ਇੱਕ ਜਿਹੜੀ ਸਾਡੀ ਨਿਊਟਰੈਲਿਟੀ ਸੀ, ਇਹ ਤਾਂ ਨਹੀਂ ਹੋਊਗਾ ਕਿ ਸਾਨੂੰ ਨਾਰਥ ਕੋਰੀਆ ਵਾਂਗੂ ਇਹ ਰਸ਼ੀਆ ਦੇ ਕੈਂਪ 'ਚ ਪੱਕਾ ਹੀ ਧੱਕ ਦੇਣਗੇ ਜੇ ਇਸੇ ਤਰੀਕੇ ਨਾਲ ਹਮਲਾਵਰ ਟੋਨ ਰਹੀ। ਇਹ ਗਲੋਬਲ ਪਾਵਰ ਰਿਲੇਸ਼ਨ ਦਾ, ਗਲੋਬਲ ਜਿਹੜੇ ਸਾਡੀਆਂ ਦੋ ਧਿਰਾਂ ਆਮਣੇ ਸਾਹਮਣੇ, ਚਾਈਨਾ, ਰਸ਼ੀਆ, ਨਾਰਥ ਕੋਰੀਆ ਔਰ ਦੂਜੇ ਪਾਸੇ ਯੂਰਪੀਅਨ ਨਾਟੋ ਹੈ ਜਾਂ ਅਮਰੀਕਨ ਹੈ, ਸਾਰਾ ਇਹਨਾਂ ਦੇ ਨਾਲ ਦੇ ਬਾਕੀ, ਇਹ ਸਾਰਾ ਇੱਕ ਉਸ ਪਾਵਰ ਦੇ ਤਵਾਜ਼ਨ ਨੂੰ ਵੀ ਹਿਲਾਉਣ ਵਾਲੀ ਗੱਲ ਹੈਗੀ ਆ। ਮੈਨੂੰ ਨਹੀਂ ਸਮਝ ਪੈ ਰਹੀ ਕਿ ਇੰਨਾ ਇਸ ਗੱਲ ਨੂੰ ਤੇਵਰ ਤਿੱਖੇ ਵੈਸਟ ਕਿਉਂ ਕਰ ਰਿਹਾ ਹੈ। ਇੰਡੀਆ ਦੀ ਬਹੁਤ ਅਹਿਮ ਭੂਮਿਕਾ ਹੈਗੀ ਆ। ਇੰਡੀਆ ਇੱਕ ਬਹੁਤ ਕਰੂਸ਼ੀਅਲ ਦੌਰ ਦੇ ਵਿੱਚੋਂ ਦੀ ਹੈ ਜਿੱਥੇ ਉਹ ਇੱਕ ਵੱਡੀ ਪਾਵਰਫੁਲ ਨੇਸ਼ਨ ਦੇ ਤੌਰ ਤੇ ਅਮਰਜ ਹੋਣ ਦੇ ਬਰੂਹਾਂ ਤੇ ਖੜਾ। ਤੇ ਇਹੋ ਜਿਹੇ ਦੇਸ਼ ਦੇ ਨਾਲ ਤੁਸੀਂ ਰਿਲੇਸ਼ਨ ਦੇ ਵਿੱਚ ਖਟਾਸ ਭਰਨੀ ਜਾਂ ਕੋਈ ਇਹੋ ਜਿਹਾ ਤੂੰ ਮੈਂ ਵਾਲੀ ਗੱਲ ਤੇ ਉੱਤਰ ਆਉਣਾ, ਇੱਕ ਦੂਜੇ ਦੇ ਕਦੀ ਵੀਜ਼ਾ ਬੰਦ ਆ, ਕਦੀ ਕਾਂਸੂਲੇਟ ਹੋ ਰਿਹਾ, ਕਾਂਸੂਲੇਟ ਦੇ ਕੈਨੇਡਾ ਦੇ ਵਾਲੇ ਬੰਦੇ ਇੱਥੇ ਘਟਾਏ ਜਾਣ, ਇਸ ਗੱਲ ਦਾ ਡਾਊਨਗ੍ਰੇਡ ਕੀਤਾ ਜਾਏ, ਇਸ ਗੱਲ ਦਾ, ਇਹ ਸਾਰੀ ਜੋ ਹੋ ਰਹੀ ਆ ਪਬਲਿਕਲੀ ਹੋ ਰਹੀ ਆ, ਪਾਰਲੀਮੈਂਟਾਂ 'ਚ, ਦੋਵਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ 'ਚ ਹੋ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਇਹਦਾ ਘੱਟੋ ਘੱਟ ਉਹਨਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੇ ਉਹਨਾਂ ਦੀਆਂ ਆਉਣ ਵਾਲੀਆਂ ਭਵਿੱਖੀ ਚੋਣਾਂ 'ਚ ਕਿੰਨਾ ਕੁ ਫਾਇਦਾ ਹੁੰਦਾ, ਕਿੰਨਾ ਕੁ ਨੁਕਸਾਨ ਹੁੰਦਾ, ਉਹ ਤੇ ਗੱਲ ਅਲੱਗ ਆ। ਸਾਡੇ ਪੰਜਾਬੀਆਂ ਦਾ ਜਿੰਨਾ ਜਿਹੜੇ ਬੱਚੇ ਉੱਥੇ ਗਏ ਹੋਏ ਆ ਜਾਂ ਜਿਹੜੇ ਘਰ ਵਾਪਸ ਵਿਜ਼ਿਟ ਕਰਨਾ ਚਾਹੁੰਦੇ ਸੀ ਜਾਂ ਜਿਨ੍ਹਾਂ ਨੇ ਇੱਥੋਂ ਜਾਣਾ ਆ, ਪੈਸੇ ਦੇ ਚੁੱਕੇ ਆ, ਉਹਨਾਂ ਲਈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ। ਇਸੇ ਕਰਕੇ ਮੈਂ ਚਾਹੁੰਦਾ ਐਜ਼ ਪੰਜਾਬੀ ਕਿ ਭਾਈ ਇਸ ਨੂੰ ਬੈਠ ਕੇ ਸੁਲਝਾਓ, ਨਹੀਂ ਤੇ ਸਾਡੇ ਪੰਜਾਬ ਦਾ ਤੇ ਪਹਿਲਾਂ ਹੀ ਧਾਰਾ 370 ਹਟੀ ਤੇ ਯਕਦਮ ਸਾਡੇ ਤੇ ਅਸਰ ਕੀ ਹੋਇਆ ਕਿ ਟ੍ਰੇਡ ਪਾਕਿਸਤਾਨ ਨਾਲ ਬੰਦ ਹੋ ਗਿਆ। ਸਾਡਾ ਤੇ ਨੱਕ 'ਚ ਦਮ ਕਰਤਾ ਨਾ, ਸਾਡੇ ਜਿੰਨੇ ਟਰੱਕਾਂ ਵਾਲਿਆਂ ਨੂੰ, ਵਪਾਰੀਆਂ ਨੂੰ, ਲੇਬਰ ਨੂੰ ਕੰਮ ਮਿਲਦਾ ਸੀ, ਬੰਦ ਹੋ ਗਿਆ। ਹੁਣ ਤੁਹਾਡਾ ਆਪਸ ਵਿੱਚ ਰੌਲਾ ਪੈ ਗਿਆ, ਕਿਸੇ ਕਿਸਮ ਦਾ ਇੱਕ ਮਰਡਰ ਹੋਇਆ ਉੱਥੇ ਤੇ ਤੁਸੀਂ ਆਪਸ ਵਿੱਚ ਰੌਲਾ ਪਾ ਲਿਆ ਤੇ ਪੰਜਾਬ ਨੂੰ ਫਿਰ ਨੁਕਸਾਨ ਸ਼ੁਰੂ ਹੋ ਗਿਆ ਜੀ। ਪੰਜਾਬ ਦੇ ਬੱਚਿਆਂ ਦਾ ਇਹ ਕਿੱਧਰ ਨੂੰ ਜਾਣ। ਇੱਥੇ ਸਰਕਾਰਾਂ ਸਾਂਭਦੀਆਂ ਨਹੀਂ, ਪੰਜਾਬੀ ਤਰੱਕੀ ਕਰਨਾ ਚਾਹੁੰਦੇ ਆ, ਇੱਥੇ ਉਹਨਾਂ ਨੂੰ ਕੋਈ ਮੌਕੇ ਨਹੀਂ ਦਿੰਦੀਆਂ, ਨਾ ਪੜ੍ਹਾਉਂਦੀਆਂ, ਨਾ ਧਿਆਨ ਦਿੰਦੀਆਂ, ਨਾ ਰੁਜ਼ਗਾਰ ਦਿੰਦੀਆਂ, ਨਾ ਕੋਈ ਹੋਰ ਸਾਧਨ ਜਟਾਉਂਦੀਆਂ। ਜਦੋਂ ਬੰਦੇ ਆਪਣੀ ਕੋਸ਼ਿਸ਼ ਕਰਨ ਲੱਗਦੇ ਆ, ਤੁਸੀਂ ਇਹੋ ਜਿਹੇ ਪੰਗੇ ਕਰਕੇ ਤੇਵਰ ਤਿੱਖੇ ਕਰ ਦਿੰਦੇ ਆ। ਮੈਨੂੰ ਲੱਗਦਾ ਭਾਵੇਂ ਉਹ ਗੁਰਪਤਵੰਤ ਸਿੰਘ ਪੰਨੂ ਹੋਵੇ ਉੱਥੇ, ਉਹ ਪੰਨੂ ਨੇ ਵੀ ਉਹਨੂੰ ਵੀ ਕਿਸੇ ਨਾ ਕਿਸੇ ਕਿਸਮ ਦਾ ਜ਼ਰੂਰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਜਿਹੋ ਜਿਹੇ ਬਿਆਨ ਦਿੱਤੇ ਆ ਉਹ ਸਿੱਖਾਂ ਦੇ ਤੇ ਬਿਲਕੁਲ ਹੱਕ ਨਹੀਂ, ਨਾ ਉਹ ਸਿੱਖੀ ਵਾਲੇ ਬਿਆਨ ਆ। ਕੋਈ ਇੱਥੇ ਖਾਲਿਸਤਾਨ ਦੀਆਂ ਤਲਵਾਰਾਂ ਨਹੀਂ ਕੱਢ ਕੇ ਤੁਰਿਆ ਫਿਰਦਾ। ਇਹੋ ਜਿਹਾ ਜ਼ਿਆਦਾ ਰੌਲਾ ਪਾਉਣਾ ਮੈਨੂੰ ਲੱਗਦਾ ਸਿੱਖਾਂ ਨੂੰ ਦੁਨੀਆ ਦੀਆਂ ਅੱਖਾਂ ਦੇ ਵਿੱਚ ਇੱਕ ਉਹੋ ਜਿਹਾ ਇਮੇਜ ਦੇਣਾ ਜਿਹੜਾ ਕਿ ਉਹ ਨਹੀਂ ਐਕਚੁਅਲੀ ਜਿਹੜਾ ਡਿਜ਼ਰਵ ਨਹੀਂ ਕਰਦੇ। ਸਿੱਖ ਤੇ ਸਰਬ ਸਾਂਝੀ ਵਾਲਤਾ, ਸ਼ਾਂਤੀ, ਪਿਆਰ, ਸਦਭਾਵਨਾ, ਸਰਬ ਧਰਮ ਪਿਆਰ, ਉਹਨਾਂ ਦੀ ਸਹਿਚਾਰਤਾ, ਉਹਨਾਂ ਦੇ ਵਿੱਚ ਇੱਕ ਦੂਜੇ ਨਾਲ ਬਹਿਣਾ ਉੱਠਣਾ ਮਿਲਣਾ, ਇਸ ਕਿਸਮ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ 'ਚ ਇਸ ਗੱਲ ਦਾ ਇੱਕ ਗਵਾਹ ਹੈਗੇ ਆ। ਤਾਂ ਜੇ ਤੁਸੀਂ ਇੱਕ ਹਿੰਦੂ ਚਲੇ ਜਾਓ, ਫਲਾਨਾ ਆ ਜਾਓ, ਇਹ ਕਰ ਦਿਓ, ਜੋ ਗੁਰਪਤਵੰਤ ਸਿੰਘ ਪੰਨੂ ਕਹਿ ਰਹੇ ਆ, ਉਹ ਵੀ ਬਹੁਤ
ਖਤਰੇ ਵਾਲੀ ਗੱਲ ਆ ਤੇ ਸਾਨੂੰ ਲੈਟ ਡਾਊਨ ਕਰ ਰਿਹਾ। ਸਾਡੇ ਕੋਈ ਸਿੱਖੀ ਦੀ ਜਾਂ ਕੋਈ ਸਿੱਖ ਸਟੇਟ ਆਉਣ ਵਾਲੀ ਉਹਨਾਂ ਦੇ ਸੁਪਨਿਆਂ ਦੀ ਸਿੱਖ ਸਟੇਟ ਦੀ ਕੋਈ ਸੇਵਾ ਨਹੀਂ ਕਰ ਰਹੇ। ਇਹ ਸਾਰੇ ਪਾਸੇ ਜਿਹੜਾ ਟੈਂਪਰੇਚਰ ਥੱਲੇ ਆਉਣਾ ਚਾਹੀਦਾ। ਸਰ ਦੂਸਰੇ ਪਾਸੇ ਆਪਾਂ ਜਸਟਨ ਟਰੂਡੋ ਦੀ ਗੱਲ ਕਰੀਏ, ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇੰਡੀਆ ਦੀ ਸਰਕਾਰ ਦੇ ਅੱਗੇ ਮੰਗ ਰੱਖੀ ਹੈ ਵੀ ਸਾਨੂੰ ਸਹਿਯੋਗ ਕਰੋ। ਤੁਸੀਂ ਉਹ ਕਿਸ ਤਰ੍ਹਾਂ ਦਾ ਸਹਿਯੋਗ ਇੰਡੀਆ ਤੋਂ ਦੇਖ ਰਹੇ ਨੇ? ਕਿਉਂਕਿ ਉਹ ਨਾ ਤਾਂ ਕਹਿੰਦੇ ਅਸੀਂ ਸਬੂਤ ਤੁਹਾਨੂੰ ਦੇਣੇ ਨੇ ਕੋਈ, ਨਾ ਇਹ ਸਬੂਤ ਜਨਤਕ ਕਰਨੇ ਨੇ। ਈਵਨ ਕਿ ਉਹਨਾਂ ਦੀ ਵਿਰੋਧੀ ਧੁਰ ਵੀ ਇਹ ਮੰਗ ਕਰ ਰਹੀ ਹੈ ਵੀ ਤੁਸੀਂ ਸਬੂਤ ਜਨਤਕ ਕਰੋ। ਜਿਹੜੇ ਸਬੂਤਾਂ ਦੇ ਆਧਾਰ ਤੇ ਤੁਸੀਂ ਇੰਡੀਆ ਉੱਪਰ ਇਲਜ਼ਾਮ ਲਗਾ ਰਹੇ ਹੋ, ਕਹਿੰਦੇ ਸਬੂਤ ਅਸੀਂ ਦੇਣੇ ਨਹੀਂ ਲੇਕਿਨ ਸਾਨੂੰ ਸਹਿਯੋਗ ਕਰੋ। ਕਿਸ ਤਰ੍ਹਾਂ ਦੇ ਸਹਿਯੋਗ ਦੀ ਮੰਗ ਇੰਡੀਆ ਤੋਂ ਕੈਨੇਡਾ ਚਾਹੁੰਦਾ ਹੈ? ਕਿ ਇੰਡੀਆ ਉਹਨਾਂ ਦੀ ਇਸ ਮੰਗ ਨੂੰ ਮੰਨੇਗਾ ਜਾਂ ਫਿਰ ਨਹੀਂ? ਉਹ ਫਿਰ ਉਹ ਗਾਣਾ ਸੀ ਨਾ, ਮੈਨੂੰ ਗਾਣੇ ਯਾਦ ਤੇ ਨਹੀਂ ਰਹਿੰਦੇ, ਤੂੰ ਨਹੀਂ ਰਕਾਨੇ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ। ਹੁਣ ਆਹ ਹੀ ਤੇ ਰਵਨੀਤ ਬਿੱਟੂ ਨੇ ਕਿਹਾ ਉਹਨੂੰ ਵੀ ਜਸਟਨ ਟਰੂਡੋ ਥੋੜੀ ਬੋਲ ਰਿਹਾ, ਉਹ ਅਮਰੀਕਾ ਉਹਦੇ ਰਾਹੀਂ ਬੋਲ ਰਿਹਾ। ਇਹ ਗੱਲ ਉਹ ਕਹਿ ਰਿਹਾ ਹੈ। ਹੁਣ ਜੇ ਇਹ ਤੇ ਤੁਹਾਡੀ ਗੱਲ ਠੀਕ ਹੈ ਵੀ ਜਾਂ ਤੇ ਤੁਸੀਂ ਕਿਸੇ ਨਾਲ ਪੰਗਾ ਨਾ ਲਓ। ਹੁਣ ਜੇ ਪੰਗਾ ਲਿਆ ਤੇ ਤੁਸੀਂ ਖੁੱਲ ਕੇ ਆ ਜਾਓ। ਤੁਸੀਂ ਆਪਣੀ ਇੰਨੇ ਪਾਵਰਫੁਲ ਕੈਨੇਡਾ ਹੈ ਨਹੀਂ ਆਪਣੇ ਆਪ ਤੇ ਕਿ ਉਹ ਇਹ ਗੱਲ ਕਹਿਣ ਦੇ ਕਾਬਿਲ ਹੋਵੇ ਆਪਣੇ ਬਲਬੂਤੇ ਕਿ ਬਈ ਦੇਖੋ ਜੋ ਤੇ ਮੇਰੇ ਕੋਲ ਚੀਜ਼ਾਂ ਉਹ ਤੇ ਮੇਰੀਆਂ, ਪਰ ਮੈਂ ਤੁਹਾਡੀਆਂ ਵੀ ਚੀਜ਼ਾਂ ਦੇ ਨਾਲ ਤੁਸੀਂ ਮੈਨੂੰ ਸਾਥ ਦਿਓ, ਮੈਨੂੰ ਉਧਰੋਂ ਵੀ ਮਾਲ ਚਾਹੀਦਾ ਤਾਂ ਕਿ ਮੈਂ ਆਪਣੇ ਕੇਸ ਨੂੰ ਪ੍ਰੂਵ ਕਰ ਸਕਾਂ। ਬੜੇ ਸਿਆਣੇ ਆ ਤੁਸੀਂ, ਇਹ ਕਿਵੇਂ ਹੋਊਗਾ? ਇਸ ਲਈ ਜੇ ਕੁਝ ਗੱਲ ਹੋਣੀ ਚਾਹੀਦੀ ਉਹ ਤੇ ਬਰਾਬਰਤੀ ਤੇ ਹੋਣੀ ਚਾਹੀਦੀ ਹੈ ਨਾ। ਤੁਸੀਂ ਇਨਪੁਟਸ ਇਹਨਾਂ ਨੂੰ ਦਿਓ, ਇਹ ਤੁਹਾਨੂੰ ਆਪਣੇ ਇਨਪੁਟਸ ਦੇਣ। ਤੁਸੀਂ ਕਹਿੰਦੇ ਮੇਰੀ ਇਨਵੈਸਟੀਗੇਸ਼ਨ ਮੇਰੀ ਆ, ਪਰ ਸਾਨੂੰ ਆਪਣੇ ਕੇਸ ਨੂੰ ਪ੍ਰੂਵ ਕਰਨ ਲਈ ਤੁਸੀਂ ਸਾਨੂੰ ਹੋਰ ਜੋ ਚਾਹੁੰਦੇ ਆ ਭੇਜੀ ਤੁਰੇ ਚੱਲੋ। ਬੜੇ ਸਿਆਣੇ ਆ ਤੁਸੀਂ, ਹੈ ਆਪਣੇ ਪੈਰਾਂ ਤੇ ਆਪ ਘਵਾੜਾ ਇੰਡੀਅਨ ਗਵਰਨਮੈਂਟ ਮਾਰੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਤੇ ਲੈਟ ਡਾਊਨ ਕਰਨ ਵਾਲੀ ਗੱਲ ਆ ਕਿ ਜਿਵੇਂ ਕੋਈ ਮਨੀਟਰ ਬੱਚਿਆਂ ਨੂੰ ਕਹਿ ਰਿਹਾ ਹੋਵੇ ਜਾਂ ਪ੍ਰਿੰਸੀਪਲ ਬੱਚਿਆਂ ਨੂੰ ਕਹਿ ਰਿਹਾ ਓਏ ਚੁੱਪ ਕਰਕੇ ਬੈਠੋ, ਜੋ ਮੈਂ ਕਹਿੰਦਾ ਉਸ ਤਰ੍ਹਾਂ ਚੱਲੂਗਾ। ਇੰਜ ਨਹੀਂ ਚੱਲਣਾ ਹੈਗਾ। ਇਹ ਬਰਾਬਰਤਾ ਦੇ ਰਿਲੇਸ਼ਨ ਹੁੰਦੇ ਆ ਔਰ ਇੱਕ ਮਿਊਚੁਅਲ ਸਟਲ ਅੰਡਰਸਟੈਂਡਿੰਗ ਦੇ ਇੰਟਰਨੈਸ਼ਨਲ ਰਿਲੇਸ਼ਨ ਹੁੰਦੇ ਆ। ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜਾ ਜਸਟਿਨ ਟਰੂਡੋ ਆ ਉਹ ਉਹਨਾਂ ਦਾ ਪੱਲੜਾ ਜਿਹੜਾ ਹਲਕਾ ਪੈ ਰਿਹਾ, ਕਿਉਂਕਿ ਸ਼ੁਰੂਆਤ ਉਹਨਾਂ ਨੇ ਕੀਤੀ, ਇਸ ਕਰਕੇ ਜਵਾਬਦੇਹੀ ਵੀ ਉਹਨਾਂ ਦੀ ਹੈ। ਇਹਦੇ ਉਲਟ ਇੰਡੀਅਨ ਗਵਰਨਮੈਂਟ ਇਸ ਵੇਲੇ ਅੱਜ 43 ਬੰਦਿਆਂ ਦੀ ਲਿਸਟ, ਜਿਹਦੇ ਵਿੱਚ ਉਹ ਸਾਰੇ ਆ ਗੋਲਡੀ ਬਰਾਡ ਲੈ ਕੇ ਹੋਰ ਜਿੰਨੇ ਵੀ ਪੁਰਾਣੇ ਉੱਧਰ ਬੈਠੇ ਹੋਏ ਆ, ਜਿਨ੍ਹਾਂ ਨੂੰ ਜਿਹੜੇ ਕਿ ਹਰ ਕਿਸਮ ਦੇ ਬੰਦੇ ਮਾਰਨ ਦੀ ਸਭ ਤੋਂ ਪਹਿਲਾਂ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦੇ ਆ ਤਾਂ ਕਿ ਉਹਨਾਂ ਦਾ ਰੁਤਬਾ ਜਾਂ ਦਹਿਸ਼ਤਗਰਦੀ ਜਿਹੜੀ ਲੋਕਾਂ 'ਚ ਹੋਰ ਪ੍ਰਭਾਵ ਛੱਡੇ, ਉਹ ਸਾਰਿਆਂ ਦੀ ਲਿਸਟ ਜਾਰੀ ਕੀਤੀ ਹੈ। ਉਲਟਾ ਉਹਨਾਂ ਨੂੰ ਕਟਹਿਰੇ 'ਚ ਇੰਡੀਅਨ ਗਵਰਨਮੈਂਟ ਇਨਫੋਰਮੇਸ਼ਨ ਤੇ ਜਿਹੜੀ ਉਹ ਮੰਗ ਰਹੇ ਉਹਨਾਂ ਨੇ ਕੀ ਦੇਣੀ ਆ, ਉਹਨਾਂ ਨੂੰ ਖੜੇ ਕਰ ਰਿਹਾ ਕਿ ਅਸੀਂ ਜੇ ਕੋਈ ਤੁਹਾਨੂੰ ਇੰਨੇ ਤੁਹਾਡੇ ਨਾਲ ਕੋਲਡ ਸ਼ੋਲਡਰਡ ਹੋਏ ਆ, G20 ਦੇ ਵਿੱਚ ਕੋਲਡ ਸ਼ੋਲਡਰਡ ਹੋਏ ਆ, ਤੇ ਸਾਡਾ ਕਾਰਨ ਆ ਹੈਗਾ। ਤੁਸੀਂ ਇਹ ਗੱਲ ਨੋਟ ਕੀਤੀ ਮਾਨ ਸਾਹਿਬ? ਮੇਰੇ ਮਨ ਚੋਂ ਨਿਕਲ ਗਈ ਸੀਗੀ। ਜੋ ਬਾਈਡਨ ਨੇ, ਜੋ ਰਾਸ਼ਟਰਪਤੀ ਅਮਰੀਕਾ ਦੇ, ਉਹਨਾਂ ਨੇ ਕਿਹਾ ਕਿ ਇਹ ਜੋ ਮੁੱਦਾ ਕੈਨੇਡੀਅਨ ਗਵਰਨਮੈਂਟ ਨੇ ਹੁਣ ਉਠਾਇਆ, ਜਸਟਿਨ ਟਰੂਡੋ ਨੇ, ਮੈਂ G20 ਦੀ ਮੀਟਿੰਗ 'ਚ ਜਦੋਂ ਗਿਆ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਇਹ ਮੁੱਦਾ ਉਠਾਇਆ ਸੀ, ਉਹਨਾਂ ਦੇ ਸਿਟੀਜ਼ਨ ਨੂੰ, ਨਿੱਜਰ ਨੂੰ, ਹਰਦੀਪ ਸਿੰਘ ਨਿੱਜਰ ਨੂੰ ਸਰੀ ਦੇ ਵਿੱਚ ਮਾਰਨ ਦਾ, ਮਰਡਰ ਕਰਨ ਦਾ। ਇਹਦਾ ਮਤਲਬ ਤੇ ਹੈ ਕਿ ਜੋ ਬਾਈਡਨ ਸਿੱਧਾ ਟਰੂਡੋ ਦੇ ਨਾਲ ਖੜਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਦੇ ਉੱਤੇ, ਜਿਹੜਾ ਕਿ ਜੇਕ ਸਲੀਵਨ ਨੇ ਵੀ ਇਸ ਗੱਲ ਨੂੰ ਕਿਹਾ ਕਿ ਹਾਂ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਕੰਪਰੋਮਾਈਜ਼ ਨਹੀਂ ਕਰਾਂਗੇ। ਇਹਦਾ ਮਤਲਬ ਹੈ ਕਿ ਅਮਰੀਕਾ ਹੁਣ ਸਿੱਧਾ ਮੈਦਾਨ 'ਚ ਆ ਰਿਹਾ, ਜਿਹੜਾ ਕਿ ਦੁਨੀਆ ਦੇ ਸੱਤਾ ਦੇ ਸੰਤੁਲਨ ਨੂੰ, ਜਿਹੜਾ ਜਿੱਥੇ ਅਸੀਂ ਭਾਰਤ ਅੱਜ ਦੀ ਤਰੀਕ 'ਚ ਖੜਾ, ਉਸ ਨੂੰ ਉੱਪਰ ਥੱਲੇ ਕਰ ਸਕਦਾ। ਜੀ ਬਿਲਕੁਲ ਆਪਾਂ ਕਹਿ ਸਕਦੇ ਵੀ ਮਾਮਲਾ ਗੰਭੀਰ ਹੋ ਚੁੱਕਿਆ ਹੈ। ਤੇ ਜੋ ਅਮਰੀਕਾ ਪਹਿਲਾਂ ਬਿਲਕੁਲ ਨਿਊਟਰਲ ਖੜਾ ਦਿਖਾ ਰਿਹਾ ਸੀ ਆਪਣੇ ਆਪ ਨੂੰ, ਇਹ ਕਹਿੰਦਾ ਨਜ਼ਰ ਆ ਰਿਹਾ ਸੀ ਵੀ ਮੇਰੀ ਦੋਹਾਂ ਦੇਸ਼ਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਸਥਿਤੀ ਗੰਭੀਰ ਹੈ, ਮੁੱਦਾ ਵੀ ਗੰਭੀਰ ਹੈ, ਲੇਕਿਨ ਹੁਣ ਸਿੱਧੇ ਤੌਰ ਦੇ ਉੱਪਰ ਕੈਨੇਡਾ ਦੇ ਪੱਖ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਤੇ ਦੋ ਟੁਕ ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ਼ ਰਿਆਇਤ ਹੁਣ ਇੰਡੀਆ ਨੂੰ ਨਹੀਂ ਮਿਲੇਗੀ। ਭਾਵ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸੋ ਸਰ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡਾ ਵੀ ਮਾਨ ਸਾਹਿਬ, ਮੈਨੂੰ ਮੌਕਾ ਦਿੱਤਾ। ਥੈਂਕ ਯੂ ਸਰ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਵੱਲੋਂ ਅੱਜ ਦੀ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।